Hello student, welcome back to my YouTube channel. So let's start chapter number 11 class 10th. So chapter number 11 ਦਾ ਬੱਚੇ ਅਸੀਂ ਫਰਸਟ ਟੌਪਿਕ ਕਰਨ ਜਾ ਰਹੇ ਹਾਂ ਹਿਊਮਨ ਆਈ। ਸੋ ਹਿਊਮਨ ਆਈ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਡਾਇਗਰਾਮ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਆ। ਡਾਇਗਰਾਮ ਦੇਖੋ ਇਸ ਤਰ੍ਹਾਂ ਦੀ ਬੱਚੇ ਬਾਹਰ ਨੂੰ ਇੱਕ ਉੱਭਰਿਆ ਹੋਇਆ ਪੋਰਸ਼ਨ ਹੁੰਦਾ ਆ। ਸੋ ਇਸ ਉੱਭਰੇ ਹੋਏ ਪੋਰਸ਼ਨ ਨੂੰ ਬੱਚੇ ਅਸੀਂ ਬੋਲਦੇ ਹਾਂ ਕੋਰਨੀਆ। ਠੀਕ ਹੈ, ਸੋ ਇਹਨੂੰ ਕੋਰਨੀਆ ਬੋਲਿਆ ਜਾਂਦਾ। ਕੋਰਨੀਆ ਦੇ ਅੰਦਰ ਬੱਚੇ ਇੱਕ ਇਸ ਤਰ੍ਹਾਂ ਦਾ ਈਰਾ ਹੁੰਦਾ। ਠੀਕ ਹੈ, ਸੋ ਇਹ ਕੀ ਕਰਦਾ ਆ, ਜਿਹੜੇ ਸੈਂਟਰ ਦੇ ਵਿੱਚ ਬੱਚੇ ਇੱਕ ਲੈਂਸ ਨੂੰ ਫੜਿਆ ਹੁੰਦਾ ਆ, ਇਹਨੂੰ ਘੁੱਟ ਕੇ ਫੜਦਾ। ਫੋਰ ਐਗਜ਼ਾਮਪਲ ਫਲੈਕਸੀਬਲ ਹੁੰਦਾ, ਤੁਹਾਨੂੰ ਰੇਜ਼ ਆਫ ਲਾਈਟ ਨੂੰ ਅੰਦਰ ਐਂਟਰ ਕਰਨ ਦੇ ਵਿੱਚ ਜਾਂ ਛੱਡਣ ਦੇ ਵਿੱਚ ਤੁਹਾਨੂੰ ਹੈਲਪ ਕਰਦਾ। ਸੋ ਇਹ ਵਾਲਾ ਜਿਹੜਾ ਪੋਰਸ਼ਨ ਆ, ਆਪਾਂ ਇਹਦੀ ਇੱਕ ਇੱਕ ਪਾਰਟ ਬਾਰੇ ਬੱਚੇ ਪੁਆਇੰਟ ਟੂ ਸਟੈਪ ਬਾਏ ਸਟੈਪ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਹਿਊਮਨ ਆਈ ਇਜ਼ ਦ ਮੋਸਟ ਇੰਪੋਰਟੈਂਟ ਔਰਗਨ ਆਫ ਹਿਊਮਨ ਬੋਡੀ। ਹਿਊਮਨ ਬੋਡੀ ਦੇ ਅੰਦਰ ਜਿਹੜਾ ਆ ਮੋਸਟ ਇੰਪੋਰਟੈਂਟ ਪਾਰਟ ਆ ਸਾਡੀ ਆਈ। ਕਿਉਂ ਮੋਸਟ ਇੰਪੋਰਟੈਂਟ ਆ ਬੱਚੇ? ਕਿਉਂਕਿ ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ। ਫੋਰ ਐਗਜ਼ਾਮਪਲ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਆ, ਰੂਮ ਦੇ ਵਿੱਚ ਬੈਠੇ ਆ, ਤੁਸੀਂ ਦੇਖ ਰਹੇ ਆ ਕਿ ਤੁਹਾਡੇ ਘਰ ਫੈਨ ਹੈ, ਟੇਬਲ ਆ, ਚੇਅਰ ਆ, ਫਰਸ਼ ਆ, ਜੋ ਵੀ ਤੁਹਾਡੇ ਸਾਹਮਣੇ ਚੀਜ਼ਾਂ ਪਈਆਂ ਆ ਤੁਸੀਂ ਉਹ ਦੇਖ ਪਾ ਰਹੇ ਆ। ਸੋ ਕਿਸ ਵਜ੍ਹਾ ਨਾਲ ਦੇਖ ਪਾ ਰਹੇ ਆ? ਤੁਸੀਂ ਆਪਣੀ ਆਈਜ਼ ਦੀ ਵਜ੍ਹਾ ਨਾਲ ਦੇਖ ਰਹੇ ਆ। ਠੀਕ ਹੈ, ਅਗਰ ਰੋਸ਼ਨੀ ਆ ਤੁਹਾਡੀ ਆਈਜ਼ ਦੇ ਅੰਦਰ ਪਹੁੰਚ ਰਹੀ ਆ, ਉਸ ਲਾਈਟ ਦੀ ਵਜ੍ਹਾ ਨਾਲ ਤੁਹਾਡੇ ਰੈਟੀਨਾ ਦੇ ਉੱਪਰ ਕੋਈ ਇਮੇਜ ਬਣ ਰਹੀ ਆ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਆ। ਠੀਕ ਹੈ, ਸੋ ਇਟ ਇਜ਼ ਯੂਜ਼ ਟੂ ਸੀ ਦ ਬਿਊਟੀਫੁਲ ਵਰਲਡ। ਸਾਨੂੰ ਸੰਸਾਰ ਨੂੰ ਦੇਖਣ ਵਿੱਚ ਹੈਲਪ ਕਰਦਾ। ਐਂਡ ਨੈਚੁਰਲ ਫਿਨੋਮੀਨਾਸ ਲਾਈਕ ਰੇਨਬੋ। ਬੱਚੇ ਰੇਨਬੋ ਹੁੰਦਾ ਜਦੋਂ ਬਾਰਿਸ਼ ਹੋ ਕੇ ਹਟਦੀ ਆ ਤਾਂ ਇੱਕ ਸਤਰੰਗੀ ਪੀਂਗ ਬਣ ਜਾਂਦੀ ਆ, ਜਿਹੜੀ ਉਹ ਸਤਰੰਗੀ ਪੀਂਗ ਆ ਉਹਨੂੰ ਰੇਨਬੋ ਕਿਹਾ ਜਾਂਦਾ। ਐਂਡ ਬਲੂ ਕਲਰ ਆਫ ਲਾਈਟ, ਬਲੂ ਕਲਰ ਆਫ ਲਾਈਟ ਕਹਿ ਲਓ ਜਾਂ ਸਕਾਈ ਕਹਿ ਲਓ, ਜਿਹੜੀ ਆ ਰੇਜ਼ ਆਫ ਲਾਈਟ ਹੋ ਗਈਆਂ, ਸਾਨੂੰ ਅਲੱਗ ਅਲੱਗ ਤਰ੍ਹਾਂ ਦੀ ਕਹਿ ਲਓ ਬੱਲਬ ਦੇ ਕਲਰਸ ਹੋ ਗਏ, ਇਹ ਹੋ ਗਿਆ, ਉਹ ਸਾਰੇ ਸਾਨੂੰ ਆਈਜ਼ ਦੇਖਣ ਵਿੱਚ ਹੈਲਪ ਕਰਦਾ। ਸਿਮਿਲਰਲੀ ਸਨਸੈਟ ਐਂਡ ਸਨਰਾਈਜ਼, ਜਦੋਂ ਸੂਰਜ ਚੜ੍ਹਦਾ ਆ ਬੱਚੇ ਉਦੋਂ ਸੂਰਜ ਦਾ ਕਲਰ ਕੁਛ ਹੋਰ ਹੁੰਦਾ, ਜਦੋਂ ਬਿਲਕੁਲ ਦੁਪਹਿਰ ਹੁੰਦੀ ਆ ਤਾਂ ਵਾਈਟ ਕਲਰ ਦਾ ਹੁੰਦਾ। ਸਿਮਿਲਰਲੀ ਜਦੋਂ ਸਨ ਸੈੱਟ ਹੁੰਦਾ, ਸਨ ਡੁੱਬਣਾ ਸਟਾਰਟ ਕਰਦਾ ਆ, ਉਦੋਂ ਵੀ ਉਹ ਰੈਡਿਸ਼ ਕਲਰ ਦਾ ਹੁੰਦਾ ਆ। ਸੋ ਇਹ ਵੀ ਜਿਹੜਾ ਆ ਫਿਨੋਮੀਨਾ ਸਾਰਾ ਆਈਜ਼ ਦੇ ਥਰੂ ਅਸੀਂ ਦੇਖ ਪਾਉਂਦੇ ਹਾਂ। ਟਵਿੰਕਲਿੰਗ ਆਫ ਸਟਾਰਸ, ਜਿਹੜੇ ਤਾਰੇ ਟਿਮਟਿਮਾਉਂਦੇ ਆ, ਉਹ ਵੀ ਸਾਰਾ ਪ੍ਰੋਸੀਜਰ ਜਿਹੜਾ ਅਸੀਂ ਆਪਣੀ ਅੱਖਾਂ ਦੇ ਨਾਲ ਦੇਖ ਪਾਉਂਦੇ ਹਾਂ। ਦਿਸ ਇਜ਼ ਲਾਈਕ ਅ ਕੈਮਰਾ, ਸੋ ਇਟ ਇਜ਼ ਲਾਈਕ ਅ ਕੈਮਰਾ। ਸਾਡੀ ਜਿਹੜੀ ਅੱਖ ਆ ਇੱਕ ਕੈਮਰੇ ਦੀ ਤਰ੍ਹਾਂ ਐਕਟ ਕਰਦੀ ਆ, ਵਿਚ ਹੈਜ਼ ਲੈਂਸ ਐਂਡ ਸਕਰੀਨ ਸਿਸਟਮ, ਜਿਹਦੇ ਵਿੱਚ ਲੈਂਸ ਵੀ ਲੱਗਿਆ ਹੋਇਆ। ਬੱਚੇ ਜਿਹੜੀ ਤੁਹਾਡਾ ਅੱਖ ਆ, ਜਿਹਨੂੰ ਅਸੀਂ ਡੇਲਾ ਬੋਲ ਦਿੰਦੇ ਹਾਂ, ਉਹਦੇ ਬਿਲਕੁਲ ਸੈਂਟਰ ਵਿੱਚ ਇੱਕ ਬਲੈਕ ਕਲਰ ਦਾ ਹੋਲ ਜਿਹਾ ਹੁੰਦਾ। ਠੀਕ ਹੈ, ਜਿਹਨੂੰ ਅਸੀਂ ਲੈਂਸ ਦੀ ਤਰ੍ਹਾਂ ਬੋਲ ਸਕਦੇ ਹਾਂ ਕਿ ਉਹ ਲੈਂਸ ਆ, ਜਿੱਥੇ ਜਾ ਕੇ ਤੁਹਾਡੀ ਇਮੇਜ ਬਣਦੀ ਆਈਜ਼ ਦੀ। ਠੀਕ ਹੈ, ਸਕਰੀਨ ਜਿਹਨੂੰ ਅਸੀਂ ਰੈਟੀਨਾ ਬੋਲਦੇ ਹਾਂ ਫਿਜ਼ਿਕਸ ਦੀ ਲੈਂਗੁਏਜ ਦੇ ਵਿੱਚ। ਸੋ ਉੱਥੇ ਜਾ ਕੇ ਉਸ ਸਕਰੀਨ, ਉਸ ਪਰਦੇ ਦੇ ਉੱਪਰ ਜਿਹੜੀ ਇਮੇਜ ਜਾ ਕੇ ਬਣਦੀ ਆ। ਕਲੀਅਰ ਹੋ ਗਿਆ? ਸੋ ਨੈਕਸਟ ਦੇਖੋ, ਅਸੀਂ 1 ਬਾਏ 1 ਬੱਚੇ ਇੱਕ ਇੱਕ ਟੌਪਿਕ ਪੜ੍ਹਦੇ ਹਾਂ। ਤੁਸੀਂ ਬੇਸਿਕਲੀ ਆਹ ਡਾਇਗਰਾਮ ਜਿਹੜੀ ਆ ਤੁਸੀਂ ਬਣਾਉਣੀ ਆ। ਨੰਬਰ 1 ਇਜ਼ ਅ ਕੋਰਨੀਆ। ਹੁਣ ਦੇਖੋ ਬਾਹਰ ਵਾਲੇ ਪਾਸੇ ਜਿਹੜੀ ਆ ਇਸ ਤਰੀਕੇ ਨਾਲ ਇੱਕ ਕੋਰਨੀਆ ਬਣਿਆ ਹੋਇਆ, ਆਹ ਵਾਲਾ ਪੋਰਸ਼ਨ, ਬਾਹਰ ਵਾਲਾ ਪੋਰਸ਼ਨ। ਠੀਕ ਆ, ਕੋਰਨੀਆ ਹੁੰਦਾ ਕੀ ਆ? ਆਊਟਰ ਮੋਸਟ ਪਾਰਟ ਆਫ ਦਾ ਆਈ, ਤੁਹਾਡੀ ਅੱਖ ਦਾ ਸਭ ਤੋਂ ਬਾਹਰ ਵਾਲਾ ਹਿੱਸਾ ਹੁੰਦਾ ਆ। ਇਟ ਇਜ਼ ਥਿਨ ਟਰਾਂਸਪੇਰੈਂਟ ਮੈਮਬ੍ਰੇਨ ਇਨ ਦ ਫਾਰਮ ਆਫ ਅ ਬੰਪ। ਬੰਪ ਮਤਲਬ ਬਾਹਰ ਵਾਲੇ ਪਾਸੇ ਨੂੰ। ਫੋਰ ਐਗਜ਼ਾਮਪਲ ਇਸ ਤਰੀਕੇ ਨਾਲ ਇਹ ਬਾਹਰ ਵਾਲੇ ਪਾਸੇ ਨੂੰ ਹੁੰਦਾ ਆ ਫਰੰਟ ਸਰਫੇਸ ਆਫ ਆਈ ਬਾਲ। ਜਿਹੜਾ ਪੂਰਾ ਬੱਚੇ ਵਾਈਟ ਕਲਰ ਦਾ ਕਹਿ ਲਓ ਡੇਲਾ ਆ, ਉਹਦੇ ਬਾਹਰ ਵਾਲਾ ਹਿੱਸਾ ਆ ਆਹ ਵਾਲਾ ਚੀਜ਼, ਜਿਹਨੂੰ ਅਸੀਂ ਕੋਰਨੀਆ ਬੋਲਦੇ ਹਾਂ। ਠੀਕ ਹੈ, ਦ ਆਈ ਬਾਲ is spherical of about 2.3 ਸੈਂਟੀਮੀਟਰ ਡਾਇਆਮੀਟਰ। ਜਿਹੜੀ ਬੱਚੇ ਆ ਸਫੈਰੀਕਲ ਬੋਲ ਆ, ਪੂਰੀ ਬੋਲ ਦਾ ਜਿਹੜਾ ਡਾਇਆਮੀਟਰ ਆ 2.3 ਸੈਂਟੀਮੀਟਰ ਹੈ। ਸੋ ਇਹਨੂੰ ਧਿਆਨ ਨਾਲ ਸਮਝ ਲੈਣਾ, ਹੋ ਸਕਦਾ ਤੁਹਾਨੂੰ MCQs ਦੀ ਫਾਰਮ ਦੇ ਵਿੱਚ ਪੁੱਛਿਆ ਜਾਵੇ। ਹੁਣ ਦੇਖੋ ਇਸ ਕੋਰਨੀਆ ਦਾ ਫੰਕਸ਼ਨ ਕੀ ਆ, ਇਹ ਕੀ ਕੰਮ ਕਰਦਾ ਆ? ਸੋ ਇਹਦਾ ਕੰਮ ਦੇਖੋ, ਦ ਕੋਰਨੀਆ ਆਫ ਦਾ ਆਈ ਅਲਾਉਜ਼ ਲਾਈਟ ਟੂ ਐਂਟਰ ਦਾ ਆਈ। ਸਾਡੇ ਅੱਖ ਦੇ ਅੰਦਰ ਰੋਸ਼ਨੀ ਨੂੰ ਮੈਕਸੀਮਮ ਪਹੁੰਚਾਉਣ ਦੇ ਵਿੱਚ ਹੈਲਪ ਕਰਦਾ ਆ। ਨੈਕਸਟ ਵਨ ਇਜ਼ ਆਇਰਸ। ਉਹ ਦੇਖੋ ਬੱਚੇ ਆਇਰਸ ਕੀ ਆ? ਉਹ ਵਾਲੀ ਮਾਸਪੇਸ਼ੀ ਜਿਹੜੀ ਲੈਂਸ ਨੂੰ ਫੜਨ ਦੇ ਵਿੱਚ ਕੰਮ ਕਰਦੀ ਆ। ਆਇਰਸ ਇਜ਼ ਅ ਸਿਲੰਡਰੀਕਲ ਡਾਰਕ ਮਸਕੂਲਰ ਡਾਇਫਰਮ ਬਿਹਾਈਂਡ ਦ ਕੋਰਨੀਆ। ਕੋਰਨੀਆ ਤੋਂ ਬਾਅਦ ਅਗਰ ਕੋਈ ਮਾਸਪੇਸ਼ੀ ਆ, ਤੁਸੀਂ ਧਿਆਨ ਨਾਲ ਡਾਇਗਰਾਮ ਦੇ ਵਿੱਚ ਦੇਖੋ, ਆ ਰਿਹਾ ਤੁਹਾਡਾ ਆਇਰਸ। ਠੀਕ ਹੈ, ਜਿਹੜੀ ਕਿ ਲੈਂਸ ਨੂੰ ਫੜ ਕੇ ਰੱਖਦੀ ਆ। ਠੀਕ ਹੈ, ਐਡਜਸਟੇਬਲ ਸਰਕੂਲਰ ਓਪਨਿੰਗ ਇਨ ਦ ਸੈਂਟਰ ਕਾਲਡ ਪਿਊਪਿਲ।
ਸੋ ਸੈਂਟਰ ਦੇ ਵਿੱਚ ਬੱਚੇ ਜਿਹੜਾ ਤੁਸੀਂ ਦੇਖਦੇ ਆ ਕਿਸੇ ਦੀ ਅੱਖ ਦਾ ਕਲਰ ਬਰਾਊਨ ਹੁੰਦਾ, ਕਿਸੇ ਦਾ ਬਲੈਕ ਹੁੰਦਾ, ਕਿਸੇ ਦੀ ਬਲੂ ਕਲਰ ਦੀਆਂ ਆਈਜ਼ ਹੁੰਦੀਆਂ ਆ। ਸੋ ਜਿਹੜੀ ਉਹ ਬਲੂ ਕਲਰ ਦੀ ਆਈਜ਼ ਆ ਉਹ ਇੰਨਾ ਕੁ ਗੋਲ ਗੋਲ, ਜਿਹਦੇ ਵਿੱਚ ਬੱਚੇ ਇਸ ਤਰ੍ਹਾਂ ਦੀਆਂ ਰੇਸ਼ੇ ਵੀ ਦਿਖਾਈ ਦਿੰਦੇ ਆ। ਆਹ ਵਾਲੀ ਜਿਹੜਾ ਪੋਰਸ਼ਨ ਹੈ ਇਹਨੂੰ ਅਸੀਂ ਬੋਲਦੇ ਹਾਂ ਪਿਊਪਿਲ। ਠੀਕ ਹੈ, ਇਹਨੂੰ ਅਸੀਂ ਪਿਊਪਿਲ ਬੋਲਦੇ। ਬਿਲਕੁਲ ਸੈਂਟਰ ਦੇ ਵਿੱਚ ਤਾਂ ਬਲੈਕ ਕਲਰ ਦਾ ਪੋਰਸ਼ਨ ਆ ਜਿਹਨੂੰ ਅਸੀਂ ਲੈਂਸ ਬੋਲਦੇ ਹਾਂ। ਠੀਕ ਹੈ, ਸੋ ਇਹਨੂੰ ਫੜ ਕੇ ਰੱਖਦਾ ਆ ਆਇਰਿਸ। ਕਲੀਅਰ ਹੋ ਗਿਆ। ਹੁਣ ਬੱਚੇ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਤੁਸੀਂ ਕਰਕੇ ਦੇਖਣਾ ਆ। ਤੁਸੀਂ ਕੀ ਕਰਨਾ, ਇੱਕ ਸ਼ੀਸ਼ਾ ਲੈ ਕੇ ਧੁੱਪ ਦੇ ਵਿੱਚ ਬੈਠੋ, ਬਾਹਰ ਰੌਸ਼ਨੀ ਦੇ ਵਿੱਚ, ਮੈਕਸੀਮਮ ਰੌਸ਼ਨੀ ਦੇ ਵਿੱਚ ਬੈਠੋ। ਜਦੋਂ ਮੈਕਸੀਮਮ ਰੌਸ਼ਨੀ ਦੇ ਵਿੱਚ ਬੈਠੋਗੇ, ਜਿਹੜਾ ਤੁਹਾਡੇ ਸੈਂਟਰ ਵਾਲਾ ਲੈਂਸ ਆ ਉਹਦਾ ਏਰੀਆ ਜਿਹੜਾ ਆ ਸਮੋਲ ਹੋ ਜਾਏਗਾ। ਸਮੋਲ ਕਿਉਂ ਹੋਏਗਾ? ਕਿਉਂਕਿ ਜੇ ਤੁਹਾਡੀਆਂ ਆਈਜ਼ ਮੈਕਸੀਮਮ ਰੇਜ਼ ਆਫ ਲਾਈਟ ਨੂੰ ਕਲੈਕਟ ਕਰੇਗਾ, ਰੈਟੀਨਾ ਦੇ ਉੱਤੇ ਜ਼ਿਆਦਾ ਰੌਸ਼ਨੀ, ਜ਼ਿਆਦਾ ਰੇਜ਼ ਆਫ ਲਾਈਟ ਪਹੁੰਚਣਗੀਆਂ ਜਿਹੜੀਆਂ ਕਿ ਰੈਟੀਨਾ ਨੂੰ ਹਾਰਮ ਕਰ ਸਕਦੀਆਂ, ਨੁਕਸਾਨ ਪਹੁੰਚਾ ਸਕਦੀਆਂ। ਸੋ ਜਦੋਂ ਸ਼ੀਸ਼ਾ ਲੈ ਕੇ ਬੈਠੋਗੇ ਤਾਂ ਉਹ ਕੀ ਹੋਊਗਾ, ਜਦੋਂ ਧੁੱਪ ਵਿੱਚ ਬਾਹਰ ਬੈਠੋਗੇ ਤਾਂ ਉਹ ਛੋਟਾ ਹੋਏਗਾ। ਜਿੱਦਾਂ ਹੀ ਤੁਸੀਂ ਸ਼ੀਸ਼ਾ ਲੈ ਕੇ ਅੰਦਰ ਜਾਓਗੇ, ਧਿਆਨ ਨਾਲ ਆਪਣੀ ਅੱਖ ਦੇਖਦੇ ਜਾਣਾ, ਜਿਹੜਾ ਆਹ ਵਾਲੇ ਬਲੈਕ ਕਲਰ ਦਾ ਲੈਂਸ ਹੋਏਗਾ ਇਹ ਥੋੜ੍ਹਾ ਜਿਹਾ ਵੱਡਾ ਹੋ ਜਾਊਗਾ। ਇਹਦਾ ਮਤਲਬ ਹਨੇਰੇ ਏਰੀਏ ਦੇ ਵਿੱਚ ਜਾ ਕੇ ਤੁਹਾਨੂੰ ਰੇਜ਼ ਆਫ ਲਾਈਟ ਜ਼ਿਆਦਾ ਚਾਹੀਦੀਆਂ ਤਾਂ ਕਿ ਤੁਹਾਡੇ ਰੈਟੀਨਾ ਦੇ ਉੱਤੇ ਬਿਲਕੁਲ ਕਲੀਅਰ ਇਮੇਜ ਬਣ ਸਕੇ। ਤੁਸੀਂ ਇਹ ਵੀ ਐਕਸਪੀਰੀਅੰਸ ਕੀਤਾ ਹੋਣਾ ਹੁਣ ਤੱਕ, ਹੁਣ ਤੁਸੀਂ ਬੱਚੇ 15-16 ਸਾਲ ਦੇ ਆ, ਤੁਸੀਂ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋਣੀ, ਜਦੋਂ ਅਸੀਂ ਧੁੱਪ ਤੋਂ ਅਚਾਨਕ ਅੰਦਰ ਜਾਂਦੇ ਤਾਂ ਸਾਨੂੰ ਅੰਦਰ ਜਾ ਕੇ ਜਿਹੜਾ ਇੱਕੋ ਦਮ ਹਨੇਰਾ ਦਿਖਾਈ ਦਿੰਦਾ ਆ। ਅਸੀਂ ਕਹਿੰਦੇ ਹਾਏ ਬਾਹਰੋਂ ਆ ਕੇ ਕਿੰਨਾ ਹਨੇਰਾ ਦਿਖਾਈ ਦਿੱਤਾ ਅੰਦਰ। ਸੋ ਐਕਚੁਅਲ ਦੇ ਵਿੱਚ ਹੁੰਦਾ ਕੀ ਆ, ਲੈਂਸ ਨੂੰ ਆਪਣਾ ਸੈੱਟ ਹੋਣ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਦਾ, ਜਿਹਦੀ ਵਜ੍ਹਾ ਨਾਲ ਸਾਨੂੰ ਅੰਦਰ ਹਨੇਰਾ ਦਿਖਾਈ ਦਿੰਦਾ ਆ। ਠੀਕ ਹੈ, ਸੋ ਆਇਰਿਸ ਦਾ ਫੰਕਸ਼ਨ ਕੀ ਆ, ਇਹ ਕੰਮ ਕੀ ਕਰਦਾ ਆ? The function of iris is to control the size of the pupil. Pupil clear ਹੋ ਗਿਆ ਬੱਚੇ? ਜਿਹੜੀ ਸਾਡੀ ਅੱਖ ਦੀ ਬਾਹਰ ਵਾਲਾ ਬਰਾਊਨ ਵਾਲਾ ਹਿੱਸਾ ਆ, ਬਰਾਊਨ ਜਾਂ ਬਲੈਕ ਵਾਲਾ ਹਿੱਸਾ ਆ, ਉਹਨੂੰ ਹੈਲਪ ਕਰਦਾ ਕੰਟਰੋਲ ਕਰਨ ਦੇ ਵਿੱਚ। ਨੈਕਸਟ ਆ ਸਾਈਜ਼ ਆਫ ਪਿਊਪਿਲ। ਦ ਪਿਊਪਿਲ ਆਫ ਦ ਆਈ ਕੰਟਰੋਲ ਐਂਡ ਰੈਗੂਲੇਟ ਦ ਲਾਈਟ ਐਂਟਰਿੰਗ ਦ ਆਈਜ਼। ਆਈਜ਼ ਦੇ ਅੰਦਰ ਕਿੰਨੀਆਂ ਰੇਜ਼ ਆਫ ਲਾਈਟ ਜਾਣੀਆਂ ਆ ਉਹਨੂੰ ਹੈਲਪ ਕਰਦਾ। ਜਿਹੜਾ ਬੱਚੇ ਬਾਹਰ ਵਾਲਾ ਹਿੱਸਾ ਹੁੰਦਾ, ਬਰਾਊਨ ਵਾਲਾ ਹਿੱਸਾ ਹੁੰਦਾ, ਸੈਂਟਰ ਵਾਲੇ ਬਲੈਕ ਵਾਲੇ ਡੇਲੇ ਨੂੰ ਕਵਰ ਕਰਕੇ ਰੱਖਦਾ ਹੈ, ਫੜ ਕੇ ਰੱਖਦਾ। ਜਦੋਂ ਉਹਨੂੰ ਰੇਜ਼ ਆਫ ਮਤਲਬ ਉਹਦੀ ਫੋਕਲ ਲੈਂਥ ਚੇਂਜ ਕਰ ਸਕਦਾ। ਜਦੋਂ ਰੌਸ਼ਨੀ ਜ਼ਿਆਦਾ ਆ ਤਾਂ ਫੋਕਲ ਲੈਂਥ ਉਹ ਘਟਾ ਦੇਗਾ, ਲੈਂਸ ਨੂੰ ਥੋੜ੍ਹਾ ਛੋਟਾ ਕਰ ਦੇਗਾ। ਠੀਕ ਆ, ਕਿਉਂਕਿ ਜਿਹੜਾ ਲੈਂਸ ਹੁੰਦਾ ਬੱਚੇ ਜੈਲੀ ਦੀ ਤਰ੍ਹਾਂ ਬਣਿਆ ਹੁੰਦਾ, ਅਗਰ ਤੁਸੀਂ ਦਬਾਓਗੇ ਤਾਂ ਜਿੱਦਾਂ ਤੁਸੀਂ ਜੈਲੀ ਖਾਂਦੇ ਵੀ ਆ, ਠੀਕ ਆ, ਉਹ ਪੋਲੀ ਹੁੰਦੀ। ਇਸੇ ਤਰ੍ਹਾਂ ਲੈਂਸ ਵੀ ਜਿਹੜਾ ਹੈ ਉਹ ਅਸਲ ਵਿੱਚ ਹਾਰਡ ਨਹੀਂ ਹੁੰਦਾ। ਸਾਡੀ ਆਈਜ਼ ਵਾਲਾ ਲੈਂਸ ਜਿਹੜਾ ਪੋਲਾ ਹੁੰਦਾ, ਜੈਲੀ ਟਾਈਪ ਹੁੰਦਾ, ਮਤਲਬ ਇਹਦਾ ਸਾਈਜ਼ ਘੱਟ ਹੋ ਸਕਦਾ ਆ, ਜਿਹੜਾ ਕਿ ਪਿਊਪਿਲ ਦੀ ਹੈਲਪ ਦੇ ਨਾਲ ਕੀਤਾ ਜਾ ਸਕਦਾ। ਨੈਕਸਟ ਆ ਲੈਂਸ। ਹੁਣ ਬੱਚੇ ਲੈਂਸ ਕੀ ਚੀਜ਼ ਆ? ਠੀਕ ਹੈ, ਲੈਂਸ ਜਿਹੜਾ ਸੈਂਟਰ ਵਾਲਾ ਬਲੈਕ ਪੋਰਸ਼ਨ ਅਸੀਂ ਉਹਦੀ ਗੱਲ ਕਰ ਰਹੇ ਹਾਂ। ਦ ਲੈਂਸ ਇਜ਼ ਅ ਕ੍ਰਿਸਟਲਾਈਨ ਡਬਲ ਕਨਵੈਕਸ ਲੈਂਸ। ਸੋ ਇਹ ਕੀ ਹੈ, ਇੱਕ ਡਬਲ ਕਨਵੈਕਸ ਲੈਂਸ ਆ, ਮਤਲਬ ਇਸ ਸ਼ੇਪ ਦਾ ਸਾਡੇ ਅੰਦਰ, ਸਾਡੀ ਅੱਖ ਦੇ ਅੰਦਰ ਲੈਂਸ ਆ, ਮੇਡ ਅਪ ਆਫ ਟਰਾਂਸਪੇਰੈਂਟ ਐਂਡ ਫਲੈਕਸੀਬਲ ਟਿਸ਼ੂਜ਼। ਸੋ ਫਲੈਕਸੀਬਲ ਟਿਸ਼ੂਜ਼ ਦੇ ਨਾਲ ਇਹ ਬਣਿਆ ਹੁੰਦਾ, ਇਸ ਕਰਕੇ ਸੌਫਟ ਹੁੰਦਾ। ਇਟ ਇਜ਼ ਬਿਹਾਈਂਡ ਦਾ ਪਿਊਪਿਲ ਦੇ ਪਿੱਛੇ ਹੁੰਦਾ, ਐਂਡ ਹੈਲਡ ਬਾਈ ਦਾ ਮਸਲਸ, ਬਾਈ ਸਲੇਰੀ ਮਸਲਸ। ਜਿਹੜੇ ਬੱਚੇ ਇਸ ਲੈਂਸ ਨੂੰ ਫੜ ਕੇ ਰੱਖਦੇ ਆ ਉਸ ਮਸਲ ਨੂੰ ਅਸੀਂ ਕੀ ਬੋਲਦੇ ਆ? ਸਲੇਰੀ। ਇਸ ਡਾਇਗਰਾਮ ਦੇ ਵਿੱਚ ਦੇਖੋ, ਆਹ ਵਾਲੇ ਜਿਹੜੇ ਲੈਂਸ ਨੂੰ ਫੜ ਕੇ ਰੱਖਦੇ ਆ ਇਹਨਾਂ ਨੂੰ ਅਸੀਂ ਬੋਲਦੇ ਆ ਸਲੇਰੀ ਮਸਲ। ਸੋ ਇਹਨਾਂ ਦਾ ਫੰਕਸ਼ਨ ਕੀ ਹੁੰਦਾ ਆ? ਇਟ ਫੋਰਮ ਦ ਰੀਅਲ ਐਂਡ ਇਨਵਰਟਿਡ ਇਮੇਜ। ਰੀਅਲ ਮਤਲਬ ਜੋ ਸਾਡੀ ਅੱਖ ਦੇ ਬਿਲਕੁਲ ਸਾਹਮਣੇ ਆ ਬੱਚੇ, ਉਹ ਸਾਰਾ ਕੁਛ ਰਿਐਲਿਟੀ ਆ। ਸੋ ਸਾਡੀ ਅੱਖ ਦੀ ਰੈਟੀਨਾ ਦੇ ਉੱਪਰ ਜੋ ਇਮੇਜ ਬਣਦੀ ਆ ਉਹ ਕੀ ਹੋਏਗੀ? ਰੀਅਲ ਇਮੇਜ ਹੋਏਗੀ। ਇਨਵਰਟਿਡ ਮਤਲਬ ਸਿੱਧੀ ਇਮੇਜ ਹੋਏਗੀ। ਠੀਕ ਹੈ, ਉਲਟੀ ਇਮੇਜ ਹੋਏਗੀ। ਇਨਵਰਟਿਡ ਦਾ ਮਤਲਬ ਹੁੰਦਾ ਆ ਉਲਟੀ ਇਮੇਜ। ਇਹਦਾ ਮਤਲਬ ਸੱਜਾ ਪਾਸਾ ਖੱਬਾ ਅਤੇ ਖੱਬਾ ਸੱਜਾ ਦਿਖਾਈ ਦਿੰਦਾ ਸਾਨੂੰ। ਠੀਕ ਹੈ, ਇਮੇਜ ਆਫ ਦਾ ਆਬਜੈਕਟ ਲਾਈਂਗ ਐਟ ਅ ਡਿਫਰੈਂਟ ਡਿਸਟੈਂਸ ਫਰੋਮ ਦਾ ਆਈਜ਼ ਐਟ ਦਾ ਰੈਟੀਨਾ ਆਫ ਦਾ ਆਈ। ਸੋ ਇਹ ਸਾਨੂੰ ਹੈਲਪ ਕਰਦਾ ਆ। ਬੱਚੇ ਨੈਕਸਟ ਪੋਰਸ਼ਨ ਦੇਖੋ, ਸੈਲੇਰੀ ਮਸਲਸ ਕੀ ਹੁੰਦੇ ਆ। ਹੁਣ ਅਸੀਂ ਸੈਲੇਰੀ ਮਸਲ ਦੇਖਣੇ, ਆਹ ਵਾਲੇ ਮਸਲਸ। ਠੀਕ ਆ, ਇਹ ਵਾਲੇ ਮਸਲਸ ਜਿਹੜੇ ਲੈਂਸ ਨੂੰ ਫੜ ਕੇ ਰੱਖਦੇ ਆ। ਹੁਣ ਦੇਖੋ, ਦ ਮਸਲਸ ਹੋਲਡ ਦ ਲੈਂਸ ਇਨ ਪੋਜੀਸ਼ਨ। ਜਿਹੜੇ ਪੋਜੀਸ਼ਨ ਦੇ ਵਿੱਚ ਰੱਖਦੇ ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਰੱਖਦੇ, ਉਹਨਾਂ ਨੂੰ ਅਸੀਂ ਸਲੇਰੀ ਮਸਲਸ ਬੋਲ ਦਿੰਦੇ ਆ। ਸੋ ਇਹਨਾਂ ਦਾ ਫੰਕਸ਼ਨ ਕੀ ਹੁੰਦਾ ਹੈ? ਸਲੇਰੀ ਮਸਲ ਕੰਟਰੋਲ ਦਾ ਫੋਕਲ ਲੈਂਥ ਆਫ ਦਾ ਆਈ ਲੈਂਸ। ਆਈ ਲੈਂਸ ਦੀ ਫੋਕਲ ਲੈਂਥ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ। ਨੈਕਸਟ ਵਨ ਇਜ਼ ਆ ਰੈਟੀਨਾ। ਰੈਟੀਨਾ ਹੁੰਦਾ ਉਹ ਵਾਲਾ ਪਰਦਾ ਜਿਹਦੇ ਉੱਤੇ ਸਾਰੀ ਦੀ ਸਾਰੀਆਂ ਰੇਜ਼ ਆਫ ਲਾਈਟ ਪਿੱਛੋਂ ਆ ਰਹੀਆਂ ਔਰ ਇੱਕ ਪਰਟੀਕੂਲਰ ਪੁਆਇੰਟ 'ਤੇ ਆ ਕੇ ਮੀਟ ਹੋ ਰਹੀਆਂ, ਔਰ ਜਿੱਥੇ ਤੁਹਾਡੀ ਇਮੇਜ ਬਣਦੀ ਆ ਉਹਨੂੰ ਅਸੀਂ ਬੋਲਦੇ ਹਾਂ ਰੈਟੀਨਾ। ਪੰਜਾਬੀ ਭਾਸ਼ਾ 'ਚ ਕਹੀਏ ਤਾਂ ਇੱਕ ਤਰ੍ਹਾਂ ਦਾ ਪਰਦਾ ਆ, ਸਕਰੀਨ ਆ, ਜਿੱਥੇ ਜਾ ਕੇ ਇਮੇਜ ਬਣਦੀ ਆ। ਸੋ ਇਟ ਐਕਟ ਐਜ਼ ਅ ਲਾਈਟ
सेंसिटिव स्क्रीन टू ऑबटेन द इमेज ऑफ द ऑब्जेक्ट। वो वाली स्क्रीन आ जिथे जाके किसी ऑब्जेक्ट की इमेज बनती है। इट कंटेन अ नंबर ऑफ सैल्स। ये बच्चे बहुत सारे सैल्स होंगे, निक्के निक्के छोटे छोटे सैल्स होंगे आ, जोड़े कि रॉड सैल या फिर कॉर्न सैल जिन्होंने बोलिया जाता है, जो लाइट के लिए सेंसिटिव होंगे। जिद्दां ही इन्हां दे उत्ते लाइट पैंदी आ, इन्हां विचों रॉड या कॉर्न सैल जोड़े आ वो एक्टिव हो जाते। उदों ही एक्टिव होंगे जो इन्हां दे उत्ते लाइट फॉल करती है। लास्ट वन इज़ ऑप्टिकल नर्व। बच्चे हुण ध्यान नाल देखो, इत्थे की आ ऑप्टिकल नर्व्स, किन्नियां बड़ियां नाड़ां हुंदियां। हुण ये वाली ऑप्टिकल नर्व्स जिहड़ियां आ की काम करदियां। ऑप्टिकल नर्व इज़ अ फॉर्मड बाय अ नर्व फाइबर कमिंग फ्रॉम द रेटिना। सो ये रेटिना दे नाल जुड़ियां हुंदियां ये वालियां ऑप्टिकल फाइबर्स, ठीक है। सो ऑप्टिकल फाइबर जदों रेटिना दे नाल जुड़ी हुंदी है, रेटिना दे उपर जो भी इमेज होएगी उन्नू साडी ब्रेन तक मैसेज पहुँचाउण दे काम करदा। इट कैरीज नर्व और इलैक्ट्रिकल इंपल्स, या सिंपल लिख लो इट कैरीज सिग्नल। एक सिग्नल नू साडे ब्रेन तक पहुँचाती है। द ब्रेन फाइनली इंटरप्रिटेट द सिग्नल। जो साडा ब्रेन तक मैसेज पहुँचता है उस सिग्नल नू फाइनलाइज साडा दिमाग करता है। क्लीयर हो गया। सो बच्चे ये थोड़े छोटे छोटे टॉपिक सीगे ਜਿਹੜੇ ਤੁਹਾਡੇ 10th ਦੇ ਵਿੱਚ ਹਿਊਮਨ ਆਈ ਦੇ ਬਾਰੇ ਦੱਸੇ ਗਏ ਆ। ਹੋ ਸਕਦਾ ਕਦੇ ਤੁਹਾਨੂੰ 1 ਮਾਰਕਸ ਦਾ ਅਲੱਗ ਤੋਂ ਕੁਐਸਚਨ ਪੁੱਛ ਲਿਆ ਜਾਵੇ, ਵਟ ਇਜ਼ ਰੈਟੀਨਾ, ठीक है, या ड्रॉ द डायग्राम ऑफ ह्यूमन आई, एक्सप्लेन ऑप्टिकल नर्व, या 2-4 पॉइंट इदा पूछे जा सकते हैं। क्लीयर हो गया। सो बच्चे नैक्सट देखो, थोड़ी NCERT की बुक के उपर इस तरह के क्वेश्चन दिते गए आ। द ह्यूमन आई कैन फोकस ऑब्जेक्ट एट अ डिफरेंट डिस्टेंस बाय एडजस्टमेंट। बाय एडजस्टमेंट के थ्रू बच्चे असी डिफरेंट ऑब्जेक्ट्स जिहड़े आ देख सकते हैं। फोकल लेंथ ऑफ द ड्यू टू, बच्चे फोकल लेंथ किस वजह ना होंदी आ, ड्यू टू अकोमोडेशन। ठीक है, ये बच्चे आ वाला क्वेश्चन इस वीडियो के विच नहीं एक्सप्लेन किया गया। नैक्सट वीडियो के विच ये टॉपिक अकोमोडेशन की होंदी है उन्होंने एक्सप्लेन किया जाएगा। सो जिन्होंने आ क्वेश्चन नहीं समझ लगा बच्चे इनू हले लैफ्ट कर दो, छड्ड दो, नैक्सट वीडियो के विच एक्सप्लेन कर दिता जाएगा। सैकेंड क्वेश्चन देखो, द ह्यूमन आई फॉर्म द इमेज ऑफ एन ऑब्जेक्ट इज़ इट्स। ध्यान नाल बच्चे सोच के आंसर दो कि ह्यूमन आई दे अंदर ਜਿਹੜੀਆਂ रेज ऑफ लाइट इकट्ठियां ਹੁੰਦੀਆਂ कित्थे जाके मिलदियां आ, कित्थे जाके कलैक्ट करदा सारी दी सारी रेज ऑफ लाइट नू, रेटिना दे उपर। सो आंसर इज़ रेटिना। नैक्सट आ द डिस्टेंस, लीस्ट डिस्टेंस ऑफ डिस्टिंक्ट विजन फॉर अ यंग अडल्ट विद नॉर्मल विजन। हुण बच्चे असी नॉर्मल विजनस आ, हुण अपनी नक्क दे उपर ਉਂਗਲ ਰੱਖੋ ਤੇ ਹੌਲੀ ਹੌਲੀ ਇਹਨੂੰ ਪਿੱਛੇ ਲੈ ਜਾਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਧੁੰਦਲੀ ਦਿਖਾਈ ਦੇਗੀ। ਇੱਕ ਪਾਰਟਿਕੂਲਰ ਪੁਆਇੰਟ ਇੱਦਾਂ ਦਾ ਆਏਗਾ ਜਿੱਥੇ ਜਾ ਕੇ ਤੁਹਾਨੂੰ ਫਿੰਗਰ ਬਿਲਕੁਲ ਕਲੀਅਰ ਦਿਖਾਈ ਦੇਗੀ। ਤੁਹਾਡੀ ਨੱਕ ਤੋਂ ਲੈ ਕੇ ਤੁਹਾਡੀ ਜਿੱਥੇ ਤੱਕ ਤੁਹਾਡੀ ਫਿੰਗਰ ਦੂਰ ਗਈ ਆ, ਜਿੱਥੇ ਜਾ ਕੇ ਤੁਹਾਡੀ ਇਮੇਜ ਬਿਲਕੁਲ ਕਲੀਅਰ ਦਿਖਾਈ ਦਿੱਤੀ ਆ, ਉੱਥੇ ਤੱਕ ਦੀ ਜਿਹੜੀ ਡਿਸਟੈਂਸ ਹੁੰਦੀ ਆ ਉਹ ਹੁੰਦੀ ਆ 25 ਸੈਂਟੀਮੀਟਰ। ਸੋ ਆਨਸਰ ਇਜ਼ 25 ਸੈਂਟੀਮੀਟਰ। ਸੋ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਕਿੰਨੀ ਹੋਏਗੀ ਅਡਲਟਸ ਦੀ 25 ਸੈਂਟੀਮੀਟਰ। क्लीयर हो गया। ਜਿਹੜੇ 18 ਸਾਲ ਤੋਂ ਉੱਪਰ ਆ, ਹੋ ਸਕਦਾ ਤੁਹਾਨੂੰ ਘੱਟ ਜਾਂ ਵੱਧ ਹੋਵੇ। ਸੋ ਅਡਲਟ ਦੀ ਜਿਹੜੇ 18 ਸਾਲ ਤੋਂ ਉੱਪਰ ਆ ਉਹਨਾਂ ਦੀ ਡਿਸਟਿੰਕਟ ਵਿਜ਼ਨ ਕਿੰਨੀ ਹੁੰਦੀ ਆ 25 ਸੈਂਟੀਮੀਟਰ। ਅੱਗੇ ਦੇਖੋ, ਦ ਚੇਂਜ ਇਨ ਫੋਕਲ ਲੈਂਥ ਆਫ ਆਈ ਲੈਂਸ ਇਜ਼ ਕੌਜ਼ਡ ਬਾਈ। ਬੱਚੇ ਆਈ ਲੈਂਸ ਜਿਹੜੀ ਆ ਉਹ ਕਿਸ ਵਜ੍ਹਾ ਨਾਲ ਚੇਂਜ ਹੁੰਦੀ ਆ, ਕੌਣ ਚੇਂਜ ਕਰਨ ਦੇ ਵਿੱਚ ਹੈਲਪ ਕਰਦਾ ਆ, ਸਲੇਰੀ ਮਸਲਸ। ਠੀਕ ਹੈ, ਸੋ ਸੀ ਇਜ਼ ਦ फाइनल आंसर। सो बच्चे ये साडी अज दी पूरी लैक्चर सी, साडा वीडियो सी। सो किसी तरह की कोई टॉपिक ना समझ लग्या होवे या थानू कोई डेफिनेशन ना क्लीयर हुई होवे तो तुसीं पुछ सकदे आ। थैंक यू सो मच।